ਸਾਡੀ ਜਿਹੜੀ ਡਿਸਕਸ ਹੋ ਰਹੀ ਸੀ ਚਟਨੀ ਦੇ ਉੱਪਰ ਨਾ, ਦੇਖੋ ਤੁਸੀਂ ਹੁਣ ਵੰਡੇ ਦੇ ਵਿੱਚ 4-5-3 ਚੀਜ਼ਾਂ ਦਾ ਇਸਤੇਮਾਲ ਕਰ ਰਹੇ ਹੋ ਰੂਟੀਨ ਨਾਲ। ਇੱਕ ਤੁਸੀਂ ਦੇ ਰਹੇ ਹੋ ਗੰਦਮ ਦਾ ਦਲੀਆ, ਦੂਸਰੀ ਤੁਸੀਂ ਪੇਵਿਆਂ ਦੀ ਖਲ ਬਨੌਲਾ ਖਲ ਦੇ ਰਹੇ ਹੋ, ਤੀਸਰੇ ਨੰਬਰ ਤੇ ਤੁਸੀਂ ਡੇਰੀ ਲੈਕ ਦਾ 18 ਨੰਬਰ ਵੰਡਾ ਇਸਤੇਮਾਲ ਕਰ ਰਹੇ ਹੋ। 3 ਚੀਜ਼ਾਂ ਫਾਰਮ ਤੇ ਇਸਤੇਮਾਲ ਹੋ ਰਹੀ ਹੈ। ਮੈਂ ਸਮਝਦਾ ਕਿ ਜਿਹੜੀ ਚੀਜ਼ ਇੱਕੋ ਹੀ ਚੀਜ਼ ਦੇ ਨਾਲ ਅਗਰ ਜਾਨਵਰ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਨੇ ਨਾ, ਤੇ ਸਾਨੂੰ ਦੂਸਰੀ ਤੀਸਰੀ ਚੀਜ਼ ਵਿੱਚ ਇਸਤੇਮਾਲ ਕਰਨ ਦੀ ਜ਼ਰੂਰਤ ਕੋਈ ਨਹੀਂ ਹੈ। ਦੇਖੋ ਨਾ, ਇਹਦੀ ਮਿਸਾਲ ਸਾਡੇ ਕੋਲ ਕੀ ਹੈ। ਸਭ ਨਾਲ ਪਹਿਲੇ ਨੰਬਰ ਤੇ ਇਹ ਆਉਂਦੀ ਹੈ ਕਿ ਸਾਡਾ ਅਸੀਂ ਆਪਣੀ ਤੁਹਾਡੀ ਜਵਾਨੀ 'ਚ ਚਲੇ ਜਾਣਾ। ਚਲੋ ਅੱਜ ਕੱਲ੍ਹ ਤਾਂ ਚਟਨੀ ਦਾ ਟ੍ਰੈਂਡ ਬੜਾ ਘੱਟ ਹੈ ਨਾ, ਜਿਹਦੇ 'ਚ ਅਦਰਕ, ਪਿਆਜ਼, ਸਾਵੀ ਮਿਰਚ, ਅਨਾਰਦਾਨਾ, ਜੀ ਅੰਬੀਆਂ ਦਾ ਮੌਸਮ ਹੈ ਇਹ, ਤੇ ਨਾਲ ਪੁਦੀਨਾ ਵਗੈਰਾ ਪਾ ਕੇ ਚਟਨੀ ਸਾਡੀਆਂ ਵੱਡਕੀਆਂ ਸਾਨੂੰ ਕੁੱਟ ਕੇ ਦਿੰਦੀਆਂ ਸੀ, ਤੇ ਅਸੀਂ ਸਵੇਰੇ ਜ਼ਮੀਨਾਂ 'ਚ ਜਾਣਾ ਤੇ ਉਹਦੇ ਨਾਲ ਰੋਟੀ ਖਾਣੀ। ਉਸ ਟਾਈਮ ਕੀ ਚੱਕਰ ਸੀਗਾ, ਕਦੀ ਕਿਸੇ ਘਰ 'ਚ ਸਾਲਣ ਬਣਿਆ ਹੁੰਦਾ ਸੀ, ਚਟਨੀ ਦਾ ਇਸਤੇਮਾਲ ਨਹੀਂ ਸੀ ਹੁੰਦਾ। ਚਟਨੀ ਦਾ ਇਸਤੇਮਾਲ ਉਦੋਂ ਹੀ ਹੁੰਦਾ ਸੀ ਜਦੋਂ ਸਾਲਣ ਨਹੀਂ ਸੀ ਹੁੰਦਾ। ਇਸੇ ਤਰ੍ਹਾਂ ਹੈ ਨਾ ਜੀ। ਹੁਣ ਦੇਖੋ ਨਾ, ਅਸੀਂ ਹੁਣ ਅਗਰ ਰੋਟੀ ਦੇ ਨਾਲ ਸਾਲਣ ਸਾਡੇ ਕੋਲ ਅੱਛਾ ਬਣਿਆ ਹੋਇਆ, ਭਾਵੇਂ ਦਾਲ ਬਣੀ ਹੈ ਤੇ ਭਾਵੇਂ ਕੋਈ ਸਾਲਣ ਸਬਜ਼ੀ ਬਣੀ ਹੈ ਜਾਂ ਕੋਈ ਗੋਸ਼ਤ ਬਣਿਆ ਸਾਡੇ ਕੋਲ, ਸਾਨੂੰ ਚਟਨੀ ਰੱਖਣ ਦਾ ਸਾਡਾ ਮਕਸਦ ਕੋਈ ਨਹੀਂ ਹੈ। ਲੇਕਿਨ ਅਸੀਂ ਫਿਰ ਵੀ ਅਗਰ ਚਟਨੀ ਨਾ ਰੱਖ ਕੇ ਖਾਈਏ ਤਾਂ ਇਹਦਾ ਮਤਲਬ ਇਹ ਚੀਜ਼ ਹੈ ਕਿ ਅਸੀਂ ਐਕਸਟਰਾ ਚੀਜ਼ ਲੈ ਰਹੇ ਹਾਂ, ਜ਼ਰੂਰਤ ਸਾਨੂੰ ਨਹੀਂ ਹੈ। ਹੁਣ ਜਾਨਵਰ ਜਿਹੜਾ ਸਾਡੇ ਕੋਲ, ਮਿਸਾਲ ਹੈ ਮੱਝ ਹੈ। ਮੱਝ ਦੁੱਧ ਦੇ ਵਿੱਚੋਂ ਕਿਹੜੀਆਂ ਚੀਜ਼ਾਂ ਸਾਨੂੰ ਪੈਦਾ ਕਰਕੇ ਦੇ ਰਹੀ ਹੈ? ਸਭ ਨਾਲ ਪਹਿਲੇ ਨੰਬਰ ਤੇ ਪ੍ਰੋਟੀਨ ਦੇ ਰਹੀ ਹੈ, ਕੈਲਸ਼ੀਅਮ ਦੇ ਰਹੀ ਹੈ, ਵਿਟਾਮਿਨਸ ਦੇ ਰਹੀ ਹੈ, ਮਿਨਰਲ ਦੇ ਰਹੀ ਹੈ, ਘਿਓ ਦੇ ਰਹੀ ਹੈ। ਇਹ 5 ਐਸੀਆਂ ਚੀਜ਼ਾਂ ਨੇ ਜਿਹੜੀਆਂ ਦੁੱਧ ਦੇ ਰਾਹੀਂ ਸਾਨੂੰ ਵਾਪਸ ਕਰ ਰਹੀ ਹੈ ਉਹ। ਤੇ ਇੱਕ ਚੀਜ਼ ਹੈ ਜਿਹਨੂੰ ਅਸੀਂ ਪਿਓਰ ਪ੍ਰੋਟੀਨ ਕਹਿੰਦੇ ਹਾਂ, ਜਿਹੜੀ ਗੋਸ਼ਤ ਦੇ ਰਾਹੀਂ ਸਾਨੂੰ ਜਾਨਵਰ ਹਲਾਲ ਵਾਪਸ ਕਰਦਾ। ਠੀਕ ਹੈ। ਹੁਣ ਉਸ ਜਾਨਵਰ ਦੀਆਂ ਜ਼ਰੂਰਤਾਂ ਕੀ ਨੇ? ਜੇ ਉਹਦੇ ਕੋਲੋਂ ਤੁਸੀਂ ਪ੍ਰੋਟੀਨ ਲਈਏ ਤਾਂ ਤੁਸੀਂ ਉਹਨੂੰ ਪ੍ਰੋਟੀਨ ਦੇਣੀ ਹੈ, એનર્ਜੀ ਲਈਏ ਤੁਸੀਂ ਉਹਨੂੰ એનર્ਜੀ ਦੇਣੀ ਹੈ, ਉਹਦੇ ਕੋਲ ਮਿਨਰਲ ਲੈਣੇ ਤੁਸੀਂ ਉਹਨੂੰ ਮਿਨਰਲ ਵਾਪਸ ਕਰਨੇ ਨੇ, ਉਹਦੇ ਕੋਲ ਤੁਸੀਂ ਜਿਹੜਾ ਹੈ ਘਿਓ ਲਿਆ ਉਹਨੂੰ ਤੁਸੀਂ ਘਿਓ ਵਾਪਸ ਕਰਨਾ ਹੈ, ਉਹਦੇ ਕੋਲ ਤੁਸੀਂ ਵਿਟਾਮਿਨਸ ਲੈਣੇ ਤੁਸੀਂ ਉਹ ਵਾਪਸ ਕਰਨੇ ਨੇ। ਠੀਕ ਹੈ। ਜਿਹੜੀਆਂ ਚੀਜ਼ਾਂ ਤੁਸੀਂ ਜਾਨਵਰ ਦੇ ਜਿਸਮ 'ਚੋਂ ਲੈ ਕੇ ਆਪਣੀ ਜ਼ਾਤ ਤੇ ਇਸਤੇਮਾਲ ਕੀਤੀਆਂ ਨੇ, ਉਹੀ ਚੀਜ਼ਾਂ ਤੁਸੀਂ ਉਹਨੂੰ ਵਾਪਸ ਕਰੋਗੇ ਨਾ, ਤੇ ਉਹਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ। ਹੁਣ ਅਸੀਂ ਅਗਰ ਹਿਸਾਬ ਕਿਤਾਬ ਕਰੀਏ, ਸਾਡੇ ਕੋਲ 2 ਚੀਜ਼ਾਂ ਜਿਹੜੀਆਂ ਤੁਸੀਂ ਇਸਤੇਮਾਲ ਕਰ ਰਹੇ ਹੋ, ਜਿਹਦੇ 'ਚ ਇੱਕ ਗੰਦਮ ਹੈ ਤੇ ਇੱਕ ਸਾਡੇ ਕੋਲ ਆਪਣਾ ਬਨੌਲਾ ਖਲ ਹੈ, ਪੇਵਿਆਂ ਦੀ ਖਲ। ਹੁਣ ਪੇਵਿਆਂ ਦੀ ਖਲ 'ਚ ਸਿਰਫ ਪ੍ਰੋਟੀਨ ਹੈ, ਕਣਕ ਦੇ ਵਿੱਚ ਇਕੱਲੀ એનર્ਜੀ ਹੈ। ਕਣਕ ਦੇ ਵਿੱਚ ਮਿਨਰਲ ਦੇ ਸੋਰਸ ਹੈ ਨੇ ਲੇਕਿਨ ਘੱਟ ਨੇ। ਉਹਦੀ ਵਜ੍ਹਾ ਕੀ ਹੈ? ਸਾਡੀਆਂ ਜ਼ਮੀਨਾਂ 'ਚ ਦਾਤਾਂ ਦੀ ਬਹੁਤ ਕਮੀ ਹੈ। ਤੇ ਦਾਤ ਅਸੀਂ ਉਸ ਚੀਜ਼ ਨੂੰ ਕਹਿੰਦੇ ਆ ਜਿਹੜੇ ਤਾਕਤ ਜ਼ਮੀਨ ਨੂੰ ਦਿੰਦੇ ਨੇ। ਤਾਕਤ ਜਿਹੜੀ ਹੈ ਉਹੀ ਫਸਲ ਦੇ ਵਿੱਚ ਹੋ ਕੇ ਸਾਡੇ ਤੱਕ ਪਹੁੰਚਦੀ ਹੈ। ਤੁਸੀਂ ਕੋਈ ਵੀ ਚਾਰਾ ਇਸਤੇਮਾਲ ਕਰਦੇ ਹੋ, ਮਿਸਾਲ ਹੈ ਅੱਜ ਕੱਲ੍ਹ ਸਟਾਲਾ ਇਸਤੇਮਾਲ ਕਰ ਰਹੇ ਸੀ, ਕੁਛ ਲੋਕ ਇਹਨੂੰ ਬਰਸੀਨ ਵੀ ਆਉਂਦੇ ਨੇ ਤੇ ਕੁਛ ਲੋਕ ਇਹਨੂੰ ਰਜਕਾ ਵੀ ਆਉਂਦੇ ਨੇ। ਹੁਣ ਇਹ ਉਹ ਚਾਰਾ ਹੈ ਜਿਹੜਾ ਚਾਰਾ ਜਾਨਵਰ ਨੂੰ ਅਸੀਂ ਇਸਤੇਮਾਲ ਕਰਦੇ ਹਾਂ। ਜਿਸ ਤਰ੍ਹਾਂ ਅਸੀਂ ਇਸਤੇਮਾਲ ਕਰਦੇ ਜਾਂਦੇ ਹਾਂ, 15 ਦਿਨਾਂ ਤੋਂ ਬਾਅਦ ਦੁੱਧ ਦੇ ਵਿੱਚ ਇਹਦਾ ਜ਼ਾਇਕਾ, ਇਹਦਾ ਟੇਸਟ, ਇਹਦੀ ਖੁਸ਼ਬੂ ਆਉਣਾ ਸ਼ੁਰੂ ਹੋ ਜਾਂਦੀ ਹੈ। ਕੁਛ ਲੋਕ ਸਾਈਲੇਜ ਪਾਉਂਦੇ ਨੇ, ਉਹ ਸਮਝਦੇ ਨੇ ਕਿ ਸਾਈਲੇਜ ਦੀ ਖੁਸ਼ਬੂ ਵੀ ਆਉਣਾ ਸ਼ੁਰੂ ਹੋ ਗਈ ਹੈ। ਕੁਛ ਲੋਕ ਵੰਡਾ ਪਾਉਂਦੇ ਨੇ, ਵੰਡੇ ਦੀ ਖੁਸ਼ਬੂ ਵੀ, ਗੰਦਮ ਪਾ। ਹੁਣ ਤੁਸੀਂ ਜਿਹੜੀ ਚੀਜ਼ ਜਾਨਵਰ ਨੂੰ ਖਿਲਾਣੀ, ਉਹਦੀ ਖੁਸ਼ਬੂ ਤੇ ਦੁੱਧ 'ਚ ਆਉਣੀ ਹੈ। ਠੀਕ ਹੈ। ਉਹਦੀ ਖੁਸ਼ਬੂ, ਕੁਛ ਐਸੀਆਂ ਖੁਸ਼ਬੂ ਹੁੰਦੀਆਂ ਨੇ ਜਿਹੜੀਆਂ ਮਹਿਸੂਸ ਨਹੀਂ ਹੁੰਦੀਆਂ, ਔਰ ਕੁਛ ਐਸੀਆਂ ਖੁਸ਼ਬੂ ਹੈ ਨੇ ਜਿਹੜੀਆਂ ਵਾਜ਼ਿਆ ਮਹਿਸੂਸ ਹੋ ਜਾਂਦੀਆਂ। ਅਗਰ ਵਾਜ਼ਿਆ ਮਹਿਸੂਸ ਹੁੰਦੀ ਹੈ ਤੇ ਫਿਰ ਅਸੀਂ ਉਹਨੂੰ ਕੋਈ ਵਾਈਬਾਦੀ ਵਾਸਤੇ ਮਸਾਲਾ ਦਿੰਦੇ ਹਾਂ। ਅਗਰ ਵਾਜ਼ਿਆ ਮਹਿਸੂਸ ਨਹੀਂ ਹੁੰਦੀਆਂ ਤੇ ਅਸੀਂ ਰੂਟੀਨ ਦੇ ਨਾਲ ਜਾਨਵਰ ਨੂੰ ਚੱਲਦਾ ਰਹਿਣ ਦਿੰਦੇ ਹਾਂ। ਦੇਖੋ ਅਸੀਂ ਫਾਰਮ ਦੇ ਉੱਤੇ ਇਸਤੇਮਾਲ ਕੀ ਕਰ ਰਹੇ ਹਾਂ? ਕਣਕ, ਮੱਕੀ, ਕਣਕ, ਪੇਵਿਆਂ ਦੀ ਖਲ ਤੇ ਵੰਡਾ ਚੁੱਕੇ ਅਸੀਂ ਟੋਟਲ ਮਤਵਾਜ਼ਨ ਬਣਾਉਂਦੇ ਹਾਂ। ਇਹਦੇ 'ਚ ਅਸੀਂ ਕੋਈ ਵੀ ਐਸੀ ਚੀਜ਼ ਦਾ ਇਸਤੇਮਾਲ ਨਹੀਂ ਕਰਦੇ ਜਿਹੜੀ ਮੁਜ਼ਰੇ ਸਿਹਤ ਹੋਵੇ। ਮੁਜ਼ਰੇ ਸਿਹਤ ਤੋਂ ਮੁਰਾਦ ਇਹ ਹੁੰਦੀ ਹੈ ਕਿ ਜਿਹੜੀ ਚੀਜ਼ ਜਾਨਵਰ ਨੂੰ ਨੁਕਸਾਨ ਦੇਵੇ। ਹੁਣ ਜਾਨਵਰ ਨੂੰ ਜਿਹੜੀ ਕਣਕ 'ਚੋਂ ਤੁਸੀਂ ਤਾਕਤ ਲੈ ਕੇ ਮਾਲ ਨੂੰ ਦੇਣੀ ਹੈ ਨਾ, ਉਹ ਵੰਡੇ 'ਚ ਆਲਰੇਡੀ ਮੌਜੂਦ ਹੈ। ਜਿਹੜੀ ਤੁਸੀਂ ਪ੍ਰੋਟੀਨ ਖਲ ਤੋਂ ਲੈ ਕੇ ਮਾਲ ਨੂੰ ਦੇਣੀ ਹੈ ਨਾ, ਉਹ ਆਲਰੇਡੀ ਮੌਜੂਦ ਹੈ। ਖਲ ਦੇ ਵਿੱਚ ਗਜ਼ਾਈ ਜੋ 2 ਅੱਲਾ ਨੇ ਰੱਖੇ ਨੇ, ਇੱਕ ਪੇਵਿਆਂ ਦਾ ਤੇਲ ਹੁੰਦਾ ਜਿਹਨੂੰ ਅਸੀਂ ਕਹਿੰਦੇ, ਜਿਹਦੇ ਨਾਲ ਜਾਨਵਰ ਦੀ ਥੰਧਿਆਈ ਪੂਰੀ ਹੁੰਦੀ ਹੈ, ਤੇ ਦੂਸਰੇ ਨੰਬਰ ਤੇ ਪ੍ਰੋਟੀਨ ਹੈ। ਹੁਣ ਸਾਡੇ ਕੋਲ ਚੁੱਕੇ ਪਹਿਲਾ ਵਕਤ ਜਿਹੜਾ ਸੀ ਨਾ, ਉਦੋਂ ਸਾਡੇ ਕੋਲ ਸੀ ਕੋਲੂ। ਕੋਲੂਆਂ ਦੇ ਵਿੱਚ ਖਲ ਦੇ ਬੋਰੀ ਦੇ ਵਿੱਚ ਵੀ ਮਹਿਸੂਸ ਹੋ ਜਾਂਦਾ ਸੀ ਖਲ ਜਿਹੜੀ ਹੈ ਕੋਲੂ ਨੇ ਸਾਰੀ ਨਿਚੋੜੀ ਨਹੀਂ, ਕੁਛ ਨਾ ਕੁਛ ਸਾਨੂੰ ਦੇਤੀ ਵਾਪਸ। ਅਸੀਂ ਮੱਝ ਨੂੰ ਪਾਉਂਦੇ ਸੀ, ਮੱਝ ਦੇ ਉੱਤੇ ਉਹਦਾ ਅਸਰ ਹੁੰਦਾ ਸੀਗਾ, ਮੱਝ ਮੋਟੀ ਵੀ ਰਹਿੰਦੀ ਸੀਗੀ, ਮੱਝ ਦੁੱਧ 'ਚ ਵਜ਼ਨ ਵੀ ਜ਼ਿਆਦਾ ਹੁੰਦਾ ਸੀ। ਹੁਣ ਤੁਸੀਂ ਮੱਝ ਨੂੰ ਪਾਉਂਦੇ ਹੋ, ਹੁਣ ਸਪੈਲਰ ਆ ਗਏ ਨੇ, ਜਦੀਦ ਟਾਈਮ ਹੋ ਗਿਆ। ਦੇਖੋ ਨਾ, ਗੰਨੇ ਵਾਲੀ ਰੇਹੜੀ ਅਗਰ ਕਿਸੇ ਜਗ੍ਹਾ ਤੇ ਲੱਗੀ ਹੈ ਤੇ ਉਹਦੀ ਜਿਹੜੀ ਪੱਛੀ ਹੈ ਉਹਨੂੰ ਕੱਢ ਕੇ ਦੁਬਾਰਾ ਫੇਰ ਇੱਕ ਵਾਰੀ ਗੰਨੇ ਦੇ ਵਿੱਚ ਵਾੜ ਕੇ ਮਸ਼ੀਨ 'ਚ ਵਾੜ ਕੇ ਕੱਢਦਾ ਕਿ ਇਹਦੇ ਅੰਦਰ ਕੋਈ ਚੀਜ਼ ਰਹਿ ਨਾ ਜਾਵੇ। ਜਿਹੜਾ 20 ਰੁਪਏ ਦਾ ਜਾਂ 25 ਰੁਪਏ ਦਾ ਜਾਂ 30 ਰੁਪਏ ਦਾ ਗਲਾਸ ਹੈ, ਤੇ ਜਿਹੜਾ ਤੇਲ 100 ਰੁਪਏ ਜਾਂ 200 ਰੁਪਏ 400 ਰੁਪਏ ਜਾਂ 600 ਰੁਪਏ ਵਿਕਦਾ ਪਿਆ, ਉਹ ਵਿੱਚ ਕੋਈ ਚੀਜ਼ ਰਹਿਣ ਦੇਣਗੇ? ਉਹਦੇ ਉਹਨਾਂ ਨੇ ਸਾਬਤ ਸਾਰਾ ਕੁਝ ਕੱਢ ਲਿਆ।
ਉਹਨਾਂ ਨੇ ਕੀ ਕੀਤਾ, ਸਿਰਫ ਪ੍ਰੋਟੀਨ ਚੋਂ ਕੱਢ ਨਹੀਂ ਸਕੇ ਅੱਜ ਤੱਕ। ਹੁਣ ਦੀ ਰਿਸਰਚ ਦੇ ਹਿਸਾਬ ਨਾਲ ਪ੍ਰੋਟੀਨ ਚੋਂ ਖਤਮ ਨਹੀਂ ਕੀਤੀ ਜਾ ਸਕਦੀ। ਅਗਰ ਪ੍ਰੋਟੀਨ ਵੀ ਨਿਕਲਦੀ ਹੋਏ ਤਾਂ ਉਹਨਾਂ ਨੇ ਪ੍ਰੋਟੀਨ ਵੀ ਕੱਢ ਕੇ ਜਿਹੜਾ ਫੋਕ ਬਚਦਾ ਨਾ ਉਹ ਤੁਹਾਡੇ ਤੱਕ ਪਹੁੰਚਾ ਦੇਣਾ ਬੋਰੀਆਂ 'ਚ ਪੈਕ ਕਰਕੇ, ਤੇ ਅਸੀਂ ਖੁਸ਼ ਹੋ ਕੇ ਜਾਨਵਰ ਨੂੰ ਪਾਣਾ ਸ਼ੁਰੂ ਕਰ ਦੇਣਾ। ਹੁਣ ਕਈ ਦਫਾ ਤੁਸੀਂ ਪਿਛਲੇ 5 ਸਾਲ ਤੋਂ ਚੀਜ਼ ਗੌਰ ਕੀਤੀ ਹੋਣੀ, ਬਨੋਲਾ ਖਲ ਮਾਲ ਖਾਂਦਾ ਵੀ ਨਹੀਂ ਖੁਸ਼ ਹੋ। ਨਹੀਂ, ਮੈਂ ਸਮਝਦਾ ਕਿ ਮੱਝ ਗਾਂ ਸਿਆਣੀ ਹੋ ਗਈ ਹੈ, ਜਿਹਨੇ ਖਾਣੀ ਬੰਦ ਕਰਤੀ ਹੈ। ਜ਼ਿਮੀਦਾਰ ਉਹਨੂੰ ਖਵਾਉਣ ਵਾਸਤੇ ਆਸਰਾ ਵਿਸਾਖੀਆਂ ਦਾ ਲੈ ਰਿਹਾ। ਹੁਣ ਪੇਵਿਆਂ ਦੀ ਖਲ ਖਵਾਉਣ ਵਾਸਤੇ ਕਣਕ ਪਾਉਂਦਾ, ਪੇਵਿਆਂ ਦੀ ਖਲ ਖਵਾਉਣ ਵਾਸਤੇ ਚੋਕਰ ਪਾਉਂਦਾ, ਪੇਵਿਆਂ ਦੀ ਖਲ ਖਵਾਉਣ ਵਾਸਤੇ ਕੋਈ ਵੰਡਾ ਪਾਉਂਦਾ। ਤੁਸੀਂ ਆਪਣੇ ਫਾਰਮ ਤੇ ਜਿੱਦਣ ਮੇਰੀ ਤੁਹਾਡੇ ਨਾਲ ਪਹਿਲੀ ਮੁਲਾਕਾਤ ਹੋਈ ਸੀ, ਮੈਂ ਉਦੋਂ ਇਹ ਚੀਜ਼ ਮਹਿਸੂਸ ਕੀਤੀ ਸੀ ਕਿ ਤੁਸੀਂ ਪੇਵਿਆਂ ਦੀ ਖਲ ਖਵਾਉਣ ਵਾਸਤੇ ਸਾਡਾ ਵੰਡਾ ਲੈ ਕੇ ਆਏ। ਹਜੇ ਵੀ ਤੁਸੀਂ ਪੇਵਿਆਂ ਦੀ ਖਲ ਖਵਾਉਣ ਵਾਸਤੇ ਵੰਡਾ ਸਾਡਾ ਪਾ ਰਹੇ ਹੋ। 1 ਕਰੋੜ ਰੋਜ਼ ਦਾ। ਤੇ ਤੁਸੀਂ ਬਾਕੀਆਂ ਚੀਜ਼ਾਂ ਦਾ ਅੰਦਾਜ਼ਾ ਲਾ ਕੇ ਦੇਖ ਲਓ ਨਾ। ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਵਾਂ ਕਿ ਤੁਸੀਂ ਆਪਣੇ ਫਾਰਮ ਤੇ ਤੁਹਾਡੇ ਕੋਲ 5 ਲਿਆਰੀਆਂ ਨੇ, 7 ਲਿਆਰੀਆਂ ਨੇ ਜਾਂ 10 ਲਿਆਰੀਆਂ ਨੇ, ਤੁਸੀਂ 10 ਲਿਆਰੀਆਂ ਚ ਮਰਜ਼ੀ ਦੀਆਂ 2 ਜਿਹੜੀਆਂ ਹੈ ਨੇ ਗੋਕਾ ਜਾਂ 2 ਮੇਰੂ ਕੱਢ ਲਓ ਬਾਹਰ। ਉਹਨਾਂ ਡੰਗਰਾਂ ਦੇ ਉੱਤੇ ਤੁਸੀਂ ਉਹਨਾਂ ਦੀ ਖਲ ਪਹਿਲੇ ਬੰਦ ਕਰੋ। ਖਲ ਮੁੱਲ ਲਿਆਂਦੇ ਨਾ ਬਾਹਰੋਂ, ਤੇ ਜਿਹੜਾ ਕਣਕ ਘਰ ਦੀ ਦਿਲਾਉਂਦੇ। ਇਸੇ ਤਰ੍ਹਾਂ ਘਰ ਦੀ ਆਈਟਮ ਤੇ ਪੈਸਾ ਤੁਹਾਡਾ ਇੱਕ ਵਾਰੀ ਲੱਗ ਗਿਆ, ਤੁਹਾਡੇ ਕੋਲ ਪਈ ਆ ਉਹ। ਇਸੇ ਤਰ੍ਹਾਂ ਨਾ ਹੁਣ ਤੁਸੀਂ ਜਿੱਦਾਂ ਵੰਡਾ ਮੁੱਲ ਲੈ ਕੇ ਆ ਰਹੇ ਹੋ ਰੋਜ਼ ਦੀ ਐਵਰੇਜ ਦੇ ਨਾਲ, ਇਸੇ ਤਰ੍ਹਾਂ ਤੁਸੀਂ ਰੋਜ਼ ਦੀ ਐਵਰੇਜ ਦੇ ਨਾਲ ਖਲ ਵੀ ਮੁੱਲ ਲੈ ਕੇ ਆ ਰਹੇ ਹੋ। ਤੁਸੀਂ ਖਲ ਬੰਦ ਕਰੋ, ਜਿੰਨੀ ਖਲ ਪੂਰੇ ਡੇਰੇ ਤੇ ਉਹਨਾਂ 2 ਰੰਗਰਾਂ ਨੂੰ ਪਾਉਂਦੇ ਹੋ ਨਾ, ਉਨੀ ਖਲ ਦੀ ਜਗ੍ਹਾ ਤੇ ਵੰਡਾ ਵਧਾ ਦਿਓ। ਅੱਗੋਂ ਤੁਸੀਂ 4-5 ਦਿਨ 6 ਦਿਨ ਇਸੇ ਤਰੀਕੇ ਨਾਲ ਚੱਲਣ ਦਿਓ। ਤੁਹਾਡੇ ਕੋਲ ਅਗਰ ਉਹ ਜਾਨਵਰ 6-6 ਕਿਲੋ ਦੁੱਧ ਦੇ ਰਿਹਾ ਹੋਏਗਾ ਤੇ ਉਹ 7-7.5-8 ਕਿਲੋ ਤੱਕ ਦੁੱਧ ਪੈਦਾ ਕਰ ਜਾਏਗਾ, ਦੁੱਧ ਵਧਾ ਜਾਏਗਾ। ਉਸ ਤੋਂ ਬਾਅਦ ਤੁਸੀਂ ਅਗਲੇ 5-6 ਦਿਨਾਂ ਦੇ ਵਿੱਚ ਕਣਕ ਕਿਲੋ ਅੱਧਾ ਕਿਲੋ ਪਾਈਆ ਕਰਕੇ ਉਹਨਾਂ ਦੀ ਖਤਮ ਕਰ ਦਿਓ। ਉਹਦੇ ਨਾਲ ਕੀ ਕਰੇਗਾ, ਉਹੀ ਜਾਨਵਰ ਜਿਹੜਾ ਸਾਡਾ ਕਮ ਸੇ ਕਮ ਕਿਲੋ 1.5 ਕਿਲੋ ਹੋਰ ਦੁੱਧ ਵਧਾ ਜਾਏਗਾ। ਜੇ ਇੱਕੋ ਚੀਜ਼ ਸਾਰੀ ਮਤਵਾਜ਼ਨ ਹੋ ਕੇ ਤੁਹਾਡੇ ਜਾਨਵਰ ਦੀ ਜਿਸਮ ਦੀ ਜ਼ਰੂਰਤ ਨੂੰ ਪੂਰਾ ਕਰਦੇ ਤੇ ਜਾਨਵਰ ਤੁਹਾਡਾ ਦੁੱਧ ਵਧਾ ਜਾਏ, ਜਾਨਵਰ ਤੁਹਾਡਾ ਸਿਹਤ ਚੰਗੀ ਕਰਦੇ, ਜਾਨਵਰ ਦੇ ਉੱਤੇ ਆਉਣ ਵਾਲੀਆਂ ਬਿਮਾਰੀਆਂ ਤੋਂ ਕੰਟਰੋਲ ਹੋ ਜਾਏ, ਤੇ ਇਹਦੇ ਨਾਲੋਂ ਵੱਧ ਸੌਦਾ ਫਾਇਦੇ ਵਾਲਾ ਕਿਹੜਾ ਜੇ? ਫਾਇਦੇ ਵਾਲਾ ਤੇ ਦੁੱਧ ਵਾਲਾ ਬੰਦਾ ਸਸਤਾ ਵੀ ਪੈਂਦਾ, ਫਾਇਦੇ ਵਾਲਾ ਵੀ ਇਹ ਹਕੀਕਤ ਤੁਹਾਡੀ ਗੁਜਾਮਤ ਮੈਂ ਤੁਹਾਡੇ ਨਾਲ ਦੇਖੋ ਨਾ ਬਜ਼ੁਰਗੋ, ਮੈਂ ਤੁਹਾਡੀ ਗੱਲ ਸਮਝਦਾ ਪਿਆ। ਤੁਹਾਨੂੰ ਪਤਾ ਹੈ ਫਾਇਦੇ ਵਾਲੀ ਚੀਜ਼ ਹੈ। ਮੈਂ ਨਾ 50 ਬੰਦਿਆਂ ਨੂੰ ਮਿਲਦਾ ਨਾ, ਅਗਰ ਮਤਲਬ ਮਿਸਾਲ ਹੈ ਰੋਜ਼ ਮੈਂ 5 ਬੰਦਿਆਂ ਨੂੰ ਮਿਲਦਾ ਵਾਂ, 5 ਬੰਦਿਆਂ ਦੇ ਵਿੱਚੋਂ 4 ਬੰਦੇ ਖਲ ਦੇ ਖਿਲਾਫ ਬੋਲ ਰਹੇ ਹੁੰਦੇ ਨੇ ਕਿ ਖਲ ਕੋਈ ਨਹੀਂ ਚੰਗੀ ਹੈ, ਠੀਕ ਹੈ, ਲੇਕਿਨ ਉਹਨਾਂ ਨੇ ਆਪਣੀਆਂ ਬੈਠਕਾਂ ਦੇ ਵਿੱਚ ਖਲ ਲਾਜ਼ਮੀ ਸਟੋਰ ਕਰਕੇ ਰੱਖੀ ਹੁੰਦੀ। ਨਹੀਂ ਮੈਂ ਤਾਂ ਡਿਊਟੀ ਮਾਰ, ਮੈਂ ਤਾਂ ਹੁਣ ਤੇ ਟੋਰ ਕੋ ਲੈਣਾ ਤੇ ਵੇਖ ਲੈਣਾ, ਇੱਕ ਥੋੜਾ ਖਾ ਲੈਣਾ। ਤੁਸੀਂ ਹੁਣ ਗਾਂ ਨਾ ਸਾਰੇ ਮਾਲ ਨੂੰ ਪਾਈ ਜਾਓ ਖਲ, ਕੋਈ ਮਸਲਾ ਨਹੀਂ ਹੈ, ਲੇਕਿਨ ਆਪਣੀ ਮਰਜ਼ੀ ਦੇ ਅੱਧੇ ਨਾਲੋਂ ਵੀ ਘੱਟ ਜਾਨਵਰ ਕਰ ਲਓ। ਮਿਸਾਲ ਹੈ ਅਗਰ 5 ਨੇ ਨਾ ਤੇ 2 ਜਾਨਵਰ ਸਾਨੂੰ ਦਿਓ, 2 ਜਾਨਵਰਾਂ ਦੇ ਵੰਡਾ ਸਾਡਾ ਇਕੱਲਾ ਹੀ ਕਰ ਦਿਓ। 10 ਦਿਨ 15 ਦਿਨ ਪਾਓ। ਅਗਰ ਤੁਹਾਡਾ ਜਾਨਵਰ ਇਹ ਚੀਜ਼ ਮੂੰਹ ਬੋਲ ਕੇ ਆਖੇ ਕਿ ਮੈਨੂੰ ਜਿਹੜੀ ਹੁਣ ਚੀਜ਼ ਮਿਲੀ ਆ, ਮੇਰੀਆਂ ਜ਼ਰੂਰਤਾਂ ਪੂਰੀਆਂ ਹੋਈਆਂ ਨੇ, ਤੂੰ ਬਰਤਨ ਵਧਾ, ਮੈਂ ਤੇਰਾ ਬਰਤਨ ਜ਼ਿਆਦਾ ਕਰ ਦੇਣਾ ਦੁੱਧ 'ਚ, ਠੀਕ ਹੈ, ਤੇ ਇਹਦਾ ਮਤਲਬ ਇਹ ਕਿ ਫਿਰ ਸਾਡੇ ਲਈ ਚੀਜ਼ ਸਾਰੇ ਮਾਲ ਤੇ ਪਾਣੀ ਚਾਹੀਦੀ ਹੈ। ਦੂਸਰਾ ਵੱਡਾ ਫਾਇਦਾ ਇਹ ਹੈ ਕਿ ਤੁਸੀਂ ਵੰਡੇ ਦੇ ਨਾਲ ਜਾਨਵਰ ਦੀਆਂ ਜ਼ਰੂਰਤ, ਵੰਡੇ 'ਚ ਪੈਂਦੀਆਂ ਕਿਹੜੀਆਂ ਚੀਜ਼ਾਂ ਨੇ ਪਹਿਲੇ ਤੇ ਸਾਨੂੰ ਨਾ ਇਹ ਆਈਡੀਆ ਕੋਈ ਨਹੀਂ ਹੈ। ਅਸੀਂ ਨਾ ਇਹੀ ਲਾਣੇ ਆ ਹਿਸਾਬ, ਪਹਿਲੇ ਤਾਂ ਠੰਡੇ ਗਰਮ ਦੀ ਲੜਾਈ 'ਚੋਂ ਨਹੀਂ ਬਾਹਰ ਆਇਆ ਪਾਕਿਸਤਾਨ ਦਾ। ਜੇ ਦੇਖੋ ਨਾ, ਇਹੀ ਵੰਡਾ ਅਸੀਂ ਸਰਦੀਆਂ 'ਚ ਪਾ ਰਹੇ ਹੁੰਦੇ ਤੇ ਮਾਲ ਸਕੂਨ 'ਚ ਹੈ, ਇਹੀ ਵੰਡਾ ਗਰਮੀਆਂ 'ਚ ਪਾ ਰਹੇ ਹੁੰਦੇ ਤੇ ਮਾਲ ਗਰਮ ਹੋ ਰਿਹਾ ਹੁੰਦਾ। ਅਸੀਂ ਕਹਿੰਦੇ ਜੀ ਵੰਡਾ ਗਰਮ ਹੋ ਗਿਆ। ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਸਰਦੀਆਂ ਦੇ ਵਿੱਚ ਵੀ ਤਾਂ ਇਹੀ ਵੰਡਾ ਸੀ, ਗਰਮੀਆਂ ਆਈਆਂ ਨੇ ਤੇ ਮੌਸਮ ਗਰਮ ਹੋ ਗਿਆ ਨਾ, ਵੰਡਾ ਤੇ ਗਰਮ ਹੋਇਆ ਹੀ ਕੋਈ ਨਹੀਂ। ਵੰਡਾ ਤੇ ਆਪਣੀ ਰੂਟੀਨ ਨਾਲ ਹੀ ਚੱਲਦਾ ਆ ਰਿਹਾ, ਵੰਡਾ ਆਪਣੀ ਰੂਟੀਨ ਨਾਲ ਹੀ ਚੱਲਦਾ ਆ ਰਿਹਾ। ਮੌਸਮ ਗਰਮ ਹੋਇਆ, ਹੁਣ ਤੁਸੀਂ ਮੌਸਮ ਗਰਮ ਹੋਇਆ ਤੇ ਮੌਸਮ ਦੇ ਖਿਲਾਫ ਕੁਝ ਕਰੋ ਨਾ। ਆਓ ਮਿੱਟੀ ਦੇ ਸਰੋਂ ਦਾ ਤੇਲ ਦੇ ਦਿਓ, ਉਹ ਜੋ ਵੀ ਕਰਨਾ ਹੈ। ਹੁਣ ਦੇਖੋ ਨਾ, ਤੁਸੀਂ ਹਜੇ 2 ਵਜੇ ਨੇ, 2 ਵਜੇ ਤੁਸੀਂ ਖੁਰਲੀਆਂ 'ਚ ਪੱਠੇ ਪਾਣੇ ਸ਼ੁਰੂ ਕਰਤੇ ਨੇ, ਠੀਕ, ਅੱਧੇ ਪੌਣੇ ਘੰਟੇ ਤੁਸੀਂ ਮਾਲ ਇਹਨਾਂ ਤੇ ਲਾ ਦੇਣਾ। ਹੁਣ ਇੱਥੇ ਜਿਹੜੇ 4 ਘੰਟੇ ਗਰਮੀ ਦੇ ਵਿੱਚ ਜਾਨਵਰ ਨੇ ਖਲੋਣਾ, ਉਹਨੇ ਗਰਮੀ ਕਰਨੀ ਨਹੀਂ, ਆਪਣੀ ਉਹ ਗਰਮੀ ਨਜ਼ਰ ਨਹੀਂ ਆ ਰਹੀ, ਠੀਕ ਹੈ, ਤੇ ਦੂਸਰੇ ਪਾਸੇ ਕਹਿ ਦੇਣਾ ਵੰਡੇ ਦੀ ਵਜ੍ਹਾ ਤੋਂ ਕੰਮ ਖਰਾਬ ਹੋ ਗਿਆ। ਮੈਂ ਕਹਿੰਦਾ ਜੀ ਚਾਚਾ ਜੀ, ਮੈਂ ਮਤਲਬ ਦੇਖੋ ਨਾ, ਫਾਰਮਰ ਦੇ ਕੋਲ ਜਾਈਏ ਨਾ ਤੇ ਕਈ ਫਾਰਮਰ ਸਾਡੇ ਕੋਲ ਇਹ ਗੱਲ ਕਰਦੇ ਨੇ ਕਿ ਯਾਰ ਤੁਸੀਂ ਵੰਡਿਆਂ 'ਚ ਯੂਰੀਆ ਪਾਉਂਦੇ। ਮੈਂ ਕਿਹਾ ਬਿਲਕੁਲ ਪੈਂਦਾ ਜੀ ਵੰਡਿਆਂ 'ਚ। ਪਾਕਿਸਤਾਨ 'ਚ ਕੋਈ ਵੀ ਐਸਾ ਵੰਡਾ ਨਹੀਂ ਅੱਜ 'ਚ ਯੂਰੀਆ ਨਾ ਪੈਂਦਾ ਹੋਵੇ। ਉਸ ਤੋਂ ਬਗੈਰ, ਯੂਰੀਆ ਤੋਂ ਬਗੈਰ ਵੰਡਾ ਕਦੀ ਤਿਆਰ ਹੋ ਹੀ ਨਹੀਂ ਸਕਦਾ। ਜਿਹੜੀ ਨਾਈਟ੍ਰੋਜਨ ਯੂਰੀਆ ਤੋਂ ਮਿਲਣੀ ਹੈ ਨਾ, ਉਹ ਦੁਨੀਆ ਦੀ ਕਿਸੇ ਚੀਜ਼ ਤੋਂ ਨਹੀਂ ਮਿਲ ਸਕਦੀ। ਮੈਂ ਕਹਿੰਦਾ ਜ਼ਿਮੀਦਾਰਾਂ ਨੂੰ ਕਿ ਪਾਣਾ ਚਾਹੀਦਾ। ਤੁਸੀਂ ਕਹਿੰਦੇ ਤੋਬਾ 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 ਤੋਬਾ, ਵੰਡੇ 'ਚ ਯੂਰੀਆ ਮਾਲ ਮਾਰਨਾ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਜੇ ਮੈਂ ਵੰਡੇ 'ਚ ਪਾ ਦਿੱਤਾ ਤੇ ਮਾਲ ਮਰ ਜਾਣਾ, ਜਿਹੜਾ ਤੁਸੀਂ ਪੱਠਿਆਂ 'ਚ ਪਾ ਕੇ ਮਾਲ ਨੂੰ ਪੱਠੇ ਖਵਾਉਂਦੇ ਹੋ, ਉੱਥੇ ਕਬੂਲ ਹੈ? ਆ ਬੰਦਾ ਆ ਪੀਓ,
ਜ਼ਬਾਨ ਅੜੀ ਖੜੀ ਹੈ ਸੈਲਡ ਸਾਰੇ ਇਹ ਤੇ ਯੂਰੀਆ ਪਾਉਂਦੇ ਨੇ। ਦੇਖੋ ਨਾ ਉਹਨੂੰ ਛੱਡ ਦਿਓ, ਹਾਂ ਤੁਸੀਂ ਕਮਾਦ ਲਾਉਂਦੇ ਹੋ